ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਘੋਲ ਦੇ ਨਵੇਂ ਰੌਂ ਤੋਂ ਭਾਜਪਾ ਘਬਰਾਈ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੰਘਰਸ਼ ਸ਼ੁਰੂ ਹੋਇਆ ਸੀ, ਇਸ ਨੂੰ ਬਹੁਤ ਲੰਬਾ ਸਮਾਂ ਬੀਤ ਚੁੱਕਾ ਹੈ, ਪਰ ਇਹ 26 ਜਨਵਰੀ ਗਣਤੰਤਰ ਦਿਵਸ ਦੀ ਘਟਨਾ ਤੋਂ ਬਾਅਦ ਮੱਠਾ ਪੈਣ ਲੱਗਾ ਸੀ। ਪਰ 6 ਫਰਵਰੀ ਨੂੰ ਜਿਹੜਾ ਚੱਕਾ ਜਾਮ ਦਾ ਦੇਸ਼ ਭਰ 'ਚ ਜੋ ਹੁੰਗਾਰਾ ਮਿਲਿਆ, ਇਹ ਸੰਘਰਸ਼ ਮੁੜ ਜਿਹੜਾ ਲੀਹ 'ਤੇ ਆ ਗਿਆ। ਤੇ ਉਧਰ ਰਾਕੇਸ਼ ਟਕੈਤ ਨੇ ਵੀ ਐਲਾਨ ਕਰਤਾ ਹੈ ਕਿ ਅਸੀਂ 2 ਅਕਤੂਬਰ ਤੱਕ ਸੰਘਰਸ਼ 'ਤੇ ਬੈਠਣ ਨੂੰ ਤਿਆਰ ਹਾਂ, ਅਸੀਂ ਸਾਰੀ ਤਿਆਰੀਆਂ ਕਰ ਲਈਆਂ ਨੇ। ਤੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੇ ਦੇਸ਼ ਭਰ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਜਿਹੜਾ ਕਰਨ ਦਾ ਐਲਾਨ ਕੀਤਾ ਹੈ। ਤੁਸੀਂ ਇਸ ਜਿਹੜੀ ਰਾਕੇਸ਼ ਟਕੈਤ ਦੇ ਇਸ ਬਿਆਨ ਨੂੰ ਜਾਂ ਜੋ ਉਹਨਾਂ ਵੱਲੋਂ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ, ਤੁਸੀਂ ਕੀ ਦੇਖਦੇ ਹੋ ਕਿ ਇਹਦਾ ਕਿਸਾਨੀ ਸੰਘਰਸ਼ 'ਤੇ ਕੀ ਅਸਰ ਪਵੇਗਾ? ਕਿਸਾਨੀ ਘੋਲ ਜਿਹੜਾ ਚੱਲ ਰਿਹਾ ਹੈ, ਜਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਰਾਕੇਸ਼ ਟਕੈਤ ਨੇ ਮਹਾਪੰਚਾਇਤਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕੀਤਾ ਹੈ ਜੀ, ਕਿ ਪੂਰੇ ਮੁਲਕ ਦੇ ਵਿੱਚ ਉਹ ਜਾਣਗੇ, ਖਾਸ ਕਰਕੇ ਫਰਵਰੀ ਦੇ ਮਹੀਨੇ ਦੇ ਵਿੱਚ। ਜੀ, ਤਾਂ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦਾ ਕਿ ਕਿਸੇ ਟਾਈਮ ਦੇ ਵਿੱਚ, ਕਿਸੇ ਦੌਰ ਦੇ ਵਿੱਚ ਇੱਕ ਗੂੰਜ ਪਈ ਸੀ ਕਿ ਦੁਨੀਆ ਭਰ ਦੇ ਕਿਰਤੀਓ ਇੱਕ ਹੋ ਜਾਓ। ਜੀ, ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਸ਼ਾ 'ਚ ਜਾਂ ਉਹਨਾਂ ਦੇ ਭਾਸ਼ਣ ਦੇ ਸੰਦਰਭ ਦੇ ਵਿੱਚ ਕਹਿਣਾ ਹੋਵੇ ਤਾਂ ਅੱਜ ਲੋੜ ਹੈ ਕਿ ਜਿਹੜੇ ਸਾਡੇ ਦੇਸ਼ ਦੇ ਅੰਦੋਲਨ ਜੀਵੀ ਨੇ ਜੀ, ਉਹ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ। ਜੀ, ਪੂਰਾ ਭਾਈਚਾਰਾ, ਕਿਸਾਨੀ ਹੈ, ਚਾਹੇ ਮਜ਼ਦੂਰ ਹੈ, ਚਾਹੇ ਕਾਰੋਬਾਰੀ ਲੋਕ ਹੈ, ਤਾਂ ਕੋਈ ਵੀ ਅੰਦੋਲਨ ਹੈ, ਚਾਹੇ ਘੋਲ ਹੈ, ਉਹਦੇ ਵਿੱਚ ਇੱਕ ਗਤੀਸ਼ੀਲਤਾ ਜਿਹੜੀ ਜੀ, ਉਹ ਅਹਿਮ ਹੁੰਦੀ ਹੈ। ਜੀ, ਕਿਉਂਕਿ ਖੜੋਤ ਹੈ, ਜਿਹੜੀ ਸਟੈਗਨੇਸ਼ਨ ਹੈ, ਉਸ ਨੂੰ ਹਮੇਸ਼ਾ ਹੀ ਮਾੜਾ ਮੰਨਿਆ ਜਾਂਦਾ ਹੈਗਾ ਕਿ ਉਹ ਰਾਹ ਰੋਕਦੀ ਹੈ ਜਾਂ ਨਿਰਾਸ਼ਾ ਪੈਦਾ ਕਰਦੀ ਹੈ, ਅਤੇ ਜਿਹੜੀ ਗਤੀ ਹੈ ਇਹ ਨਵੇਂ ਰਾਹ ਬਣਾਉਂਦੀ ਹੈ। ਸੋ ਇਸੇ ਸੰਦਰਭ 'ਚ ਅਸੀਂ ਇਸ ਨੂੰ ਦੇਖਦੇ ਹਾਂ ਕਿ ਜਿਹੜਾ ਮਹਾਪੰਚਾਇਤਾਂ ਦਾ ਕਰਨ ਦਾ ਐਲਾਨ ਹੋਇਆ ਹੈ, ਇਹ ਵੀ ਇੱਕ ਜਿਹੜਾ ਕਿਸਾਨ ਘੋਲ ਸ਼ੁਰੂ ਹੋਇਆ ਸੀ ਤਕਰੀਬਨ 76 ਦਿਨ ਪਹਿਲਾਂ ਦਿੱਲੀ ਦੇ ਵਿੱਚ, ਉਹਦੀ ਇੱਕ ਅਗਲੀ ਕੜੀ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸਾਨ ਅੰਦੋਲਨ ਹੈ ਜਿਹੜਾ ਹੁਣ ਇੱਕ ਨਵੇਂ ਰੂਪ ਦੇ ਵਿੱਚ, ਨਵੇਂ ਰੌਂ ਦੇ ਵਿੱਚ ਦਾਖਲ ਹੋਇਆ ਹੈ। ਤਾਂ ਰਾਕੇਸ਼ ਟਕੈਤ ਜੀ ਨੇ, ਜਿਨ੍ਹਾਂ ਨੇ ਇੱਕ ਸਾਡੇ 26 ਜਨਵਰੀ ਵਾਲੀ ਜਿਹੜੀ ਘਟਨਾ ਹੋਈ ਸੀ ਟਰੈਕਟਰ ਮਾਰਚ ਦੇ ਜਾਂ ਟਰੈਕਟਰ ਪਰੇਡ ਦੇ ਦੌਰਾਨ, ਕਿ ਜਿਹੜਾ ਸਾਡਾ ਅੰਦੋਲਨ ਹੈ ਜਿਹੜਾ ਉਹ ਅਰਸ਼ ਤੋਂ ਫਰਸ਼ 'ਤੇ ਆ ਗਿਆ ਸੀਗਾ, ਉਸ ਦੇ ਵਿੱਚ ਮੁੜ ਹੈ ਜਿਹੜੀ ਨਵੀਂ ਰੂਹ ਫੂਕੀ ਹੈ ਰਾਕੇਸ਼ ਟਕੈਤ ਹੋਰਾਂ ਨੇ। ਆਪਾਂ ਜਿਵੇਂ ਹੁੰਦਾ ਹੈਗਾ ਨਾ ਕਿ ਕੋਈ ਆਦਮੀ ਤੁਰਿਆ ਜਾ ਰਿਹਾ, ਠੋਕਰ ਲੱਗ ਜਾਂਦੀ ਹੈ ਅਤੇ ਡਿੱਗ ਪੈਂਦਾ ਹੈ, ਤਾਂ ਸਾਡਾ ਵੀ ਜਿਹੜਾ ਇਹ ਕਿਸਾਨ ਘੋਲ ਸੀ, ਕਿਸੇ ਨੇ ਅੱਗੇ ਦੇ ਸਾਸ਼ੀ ਇੱਟ ਹੈ ਜਿਹੜੀ ਰੱਖ ਦਿੱਤੀ ਸੀ ਅਤੇ ਉਹ ਅਚਨਚੇਤ ਡਿੱਗ ਪਿਆ ਸੀ। ਹੁਣ ਇਹ ਜਿਹੜਾ ਕਿਸਾਨੀ ਘੋਲ ਹੈ ਉਹ ਆਪਣੇ ਕੱਪੜੇ ਝਾੜ ਕੇ ਮੁੜ ਹੈ ਜਿਹੜਾ ਉਹ ਖੜ੍ਹਾ ਹੋ ਗਿਆ। ਤਾਂ ਕੱਲ੍ਹ ਨੂੰ ਪੰਜਾਬ ਦੇ ਵਿੱਚ ਵੀ ਜਗਰਾਓਂ ਦੇ ਵਿੱਚ ਇੱਕ ਮਹਾਪੰਚਾਇਤ ਹੋ ਰਹੀ ਹੈ। ਇਸ ਤੋਂ ਇਲਾਵਾ ਪੂਰੀ ਫਰਵਰੀ ਦੇ ਮਹੀਨੇ ਦੇ ਵਿੱਚ 2 ਦਰਜਨ ਦੇ ਕਰੀਬ ਜਿਹੜੀਆਂ ਮਹਾਪੰਚਾਇਤਾਂ ਦਾ ਪ੍ਰੋਗਰਾਮ ਹੈ ਜਿਹੜਾ ਰਾਕੇਸ਼ ਟਕੈਤ ਨੇ ਉਲੀਕਿਆ ਹੋਇਆ ਹੈ। ਉਹਦੇ ਵਿੱਚ ਉਹ ਰਾਜਸਥਾਨ ਦੇ ਵਿੱਚ ਵੀ ਜਾਣਗੇ, ਗੁਜਰਾਤ 'ਚ ਜਾਣ ਦਾ ਪ੍ਰੋਗਰਾਮ ਹੈਗਾ, ਇਸ ਤਰ੍ਹਾਂ ਮੱਧ ਪ੍ਰਦੇਸ਼ ਜਾਣਗੇ, ਯੂਪੀ ਦੇ ਬਾਕੀ ਹਿੱਸਿਆਂ 'ਚ ਜਾਣਗੇ। ਕਿਉਂਕਿ ਇੱਕ ਬਹੁਤ ਵੱਡਾ ਹੁੰਗਾਰਾ ਹੈ ਜਿਹੜਾ ਮਹਾਪੰਚਾਇਤਾਂ ਨੂੰ ਜਾਂ ਖਾਪ ਪੰਚਾਇਤਾਂ ਨੂੰ ਵੈਸਟਰਨ ਯੂਪੀ 'ਚ ਹੋਈਆਂ ਨੇ। ਉੱਥੇ ਅੱਜ ਜਿਹੜਾ ਉਹਦੇ ਨਾਲ ਏਰੀਏ 'ਚ ਸਹਾਰਨਪੁਰ ਦੇ ਵਿੱਚ ਅੱਜ ਮਹਾਪੰਚਾਇਤ ਹੋਈ ਹੈ, ਜਿੱਥੇ ਪ੍ਰਿੰਕਾ ਗਾਂਧੀ ਪਹੁੰਚੀ ਹੈ, ਰਾਕੇਸ਼ ਟਕੈਤ ਵੀ ਪਹੁੰਚਿਆ, ਉੱਥੇ ਬੜਾ ਵੱਡਾ ਇਕੱਠ ਹੋਇਆ ਹੈ। ਇਸ ਤਰ੍ਹਾਂ ਹਰਿਆਣਾ ਦੇ ਵਿੱਚ ਖਾਪ ਪੰਚਾਇਤਾਂ, ਉੱਥੇ ਬੜੇ ਵੱਡੇ ਇਕੱਠ ਹੋਏ ਹੈ। ਹਾਲਾਂਕਿ ਖਾਪ ਪੰਚਾਇਤਾਂ ਬਾਰੇ ਪਹਿਲਾਂ ਬੜਾ ਉਹ ਕਿਸੇ ਰੂਪ 'ਚ ਲੜਾਈ, ਟਰਡੀਸ਼ਨਲ ਲੋਕ ਸੀ, ਉਹਨਾਂ ਦੇ ਜਿਹੜੇ ਆਗੂ ਸੀਗੇ, ਲੜਾਈ ਲੜਦੇ ਰਹੇ ਨੇ ਸੋਸ਼ਲ ਈਵਲਸ ਦੇ ਖਿਲਾਫ, ਅਤੇ ਉਹਨਾਂ 'ਤੇ ਉਂਗਲ ਵੀ ਉੱਠਦੀ ਰਹੀ ਹੈ। ਪਰ ਹੁਣ ਉਹ ਖਾਪ ਪੰਚਾਇਤਾਂ ਜੀ ਜਿਉਂ-ਜਿਉਂ ਨਵੀਂ ਪੀੜ੍ਹੀ ਆਈ ਜਾਂਦੀ ਹੈ, ਉਹਨਾਂ ਦੀ ਸੋਚ ਵਿੱਚ ਵੀ ਬਦਲਾਅ ਆ ਰਿਹਾ ਹੈ। ਅਤੇ ਖਾਸ ਕਰਕੇ ਇਸ ਅੰਦੋਲਨ ਦੇ ਵਿੱਚ ਖਾਪ ਪੰਚਾਇਤਾਂ ਦਾ ਜਿਹੜਾ ਰੋਲ ਹੈ ਜਾਂ ਉਹਨਾਂ ਦੀ ਭੂਮਿਕਾ ਹੈ, ਉਹ ਬਹੁਤ ਪੋਜ਼ੀਟਿਵ ਰੂਪ ਦੇ ਵਿੱਚ ਦੇਖੀ ਜਾ ਰਹੀ ਹੈ। ਸੋ ਇਹ ਸਿਲਸਿਲਾ ਜਿਹੜਾ ਸਾਰੇ ਪਾਸੇ ਸ਼ੁਰੂ ਹੋਇਆ ਹੈ, ਤਾਂ ਉਹ ਪੰਜਾਬ ਦੇ ਵਿੱਚ ਵੀ ਹੁਣ ਖਾਪ ਪੰਚਾਇਤ ਹੈ, ਮਾਫ਼ ਕਰਨਾ, ਕਿ ਜਿਹੜੀ ਮਹਾਪੰਚਾਇਤ ਹੈ ਉਹ ਹੋਏਗੀ। ਉਸ ਦਾ ਅਤਿਸ਼ ਕਾਰਨ ਇੱਕ ਇਹ ਹੈ ਕਿ ਜਿਹੜੀ ਸਾਡੀ ਮਹਾਪੰਚਾਇਤ ਹੈ ਜਾਂ ਸਾਡਾ ਕਿਸਾਨ ਘੋਲ ਹੈ, ਪੂਰਾ ਅੰਦੋਲਨ ਹੈ, ਸਮੁੱਚਾ ਅੰਦੋਲਨ
ਜਿਹੜਾ 1 ਅਕਤੂਬਰ ਤੋਂ ਪੰਜਾਬ ਤੋਂ ਸ਼ੁਰੂ ਹੋਇਆ ਸੀ, ਕਿ ਇਹਦਾ ਏਜੰਡਾ ਹੁਣ ਇੱਕ ਬਣ ਗਿਆ ਪੂਰੇ ਸਮੁੱਚੇ ਰੂਰਲ ਇੰਡੀਆ ਦਾ। ਜਿਹੜਾ ਏਜੰਡਾ ਇੱਕ ਹੈ ਹੁਣ, ਉਹ ਏਜੰਡਾ ਕੀ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ। ਕਿ ਇਹ ਗੱਲ ਸਾਰਿਆਂ ਨੂੰ ਸਮਝ ਪੈ ਗਈ ਹੈ, ਹਰ ਨਿਆਣੇ ਸਿਆਣੇ ਨੂੰ, ਕਿ ਜਿਹੜੇ ਕੇਂਦਰ ਸਰਕਾਰ ਨੇ 3 ਨਵੇਂ ਖੇਤੀ ਕਾਨੂੰਨ ਬਣਾਏ ਨੇ ਉਹ ਖੇਤਾਂ ਦੇ ਭਲੇ ਵਾਲੇ ਨੇ। ਇਸ ਕਰਕੇ ਇਹਦਾ ਵਿਰੋਧ ਹੈ ਉਹ ਸਮੁੱਚੇ ਹੁਣ ਦੇਸ਼ ਦੇ ਵਿੱਚ ਉੱਠਣ ਲੱਗਿਆ। ਜਿਸ ਤਰ੍ਹਾਂ ਅਸੀਂ ਪਹਿਲੀਆਂ ਪਿਛਲੀਆਂ ਗੱਲਾਂ ਬਾਤਾਂ ਦੇ ਵਿੱਚ ਵੀ ਕਰਦੇ ਰਹੇ ਹਾਂ ਕਿ ਇਹ ਨੈਸ਼ਨਲ ਸ਼ੇਪ ਲੈਂਦਾ ਜਾ ਰਿਹਾ, ਪਰ ਜਦੋਂ ਅੱਜ 16 ਦਿਨ ਬੀਤ ਗਏ ਨੇ 26 ਜਨਵਰੀ ਨੂੰ ਤਕਰੀਬਨ, ਤਾਂ ਉਦੋਂ ਇਹਦਾ ਰੂਪ ਹੋਰ ਸੀ। ਪਹਿਲਾਂ ਬਹੁਤੇ ਲੋਕ ਦਰਸ਼ਕ ਦੇ ਰੂਪ ਦੇ ਵਿੱਚ ਵੀ ਜਾਂਦੇ ਸੀ। ਹੁਣ ਆਪਾਂ ਕਹਿੰਦੇ ਨੇ ਕਿ ਅਸਲੀ ਜਿਹੜੀ ਜੰਗ ਹੈ, ਅਸਲੀ ਲੜਾਈ ਹੈ ਜਿਹੜੀ, ਉਹ ਹੁਣ ਸ਼ੁਰੂ ਹੋਈ ਹੈ। ਖਾਸ ਕਰਕੇ ਜਿਹੜਾ 6 ਤਰੀਕ ਵਾਲਾ ਪ੍ਰੋਗਰਾਮ ਸੀ ਚੱਕਾ ਜਾਮ ਵਾਲਾ, ਉਹਨੇ ਅੰਦੋਲਨ ਨੂੰ ਇੱਕ ਟੈਸਟ ਕੀਤਾ। ਉਹਨਾਂ ਲੋਕਾਂ ਨੇ, ਸੰਯੁਕਤ ਕਿਸਾਨ ਮੋਰਚੇ ਨੇ, ਉਹਨੇ ਅੰਦੋਲਨ ਨੂੰ ਇੱਕ ਨਵੀਂ ਰੂਹ ਹੈ ਜਿਹੜੀ ਉਹ ਬਖਸ਼ੀ ਹੈਗੀ ਹੈ। ਤਾਂ ਉਸ ਤੋਂ ਅੱਗੇ ਜਿਹੜਾ ਹੁਣ ਨਵਾਂ ਪੜਾਅ ਹੈ ਉਹ ਹੈਗਾ ਸਾਡਾ ਜਿਹੜਾ ਮਹਾਂ ਪੰਚਾਇਤਾਂ ਵਾਲਾ। ਕਿਉਂਕਿ ਸਾਰਿਆਂ ਦੇ ਏਜੰਡੇ ਇਹਦੇ ਨਾਲ ਜਿਹੜੇ ਸਾਡੇ ਰਾਜੇਵਾਲ ਸਾਹਿਬ ਹੈ, ਡਾਕਟਰ ਦਰਸ਼ਨਪਾਲ ਹੈ, ਮਤਲਬ ਇੱਕ ਜਾ ਰਹੇ ਨੇ ਸਾਰੇ ਲੋਕਾਂ ਦੇ ਵਿੱਚ ਇਕੱਠੇ ਰੂਪ ਦੇ ਵਿੱਚ। ਹਾਲਾਂਕਿ ਇਹ ਉਂਗਲ ਵੀ ਉੱਠ ਰਹੀ ਹੈ, ਜਿਸ ਤਰ੍ਹਾਂ ਅੱਜ ਸਾਡੇ ਸਟੇਟ ਵਿੱਤ ਮੰਤਰੀ ਹੈ ਅਨੁਰਾਗ ਠਾਕਰ ਨੇ, ਉਹਨਾਂ ਨੇ ਕਿਹਾ ਕਿ ਜੀ ਜਿਹੜੀ ਸਹਾਰਨਪੁਰ ਦੇ ਵਿੱਚ ਮਹਾਂ ਪੰਚਾਇਤ ਹੋਈ ਹੈ ਉੱਥੇ ਪ੍ਰਿੰਕਾ ਗਾਂਧੀ ਗਈ ਹੈ ਕਿ ਕਿਸਾਨਾਂ ਦਾ ਅੰਦੋਲਨ ਨਾ ਰਹਿ ਕੇ ਹੁਣ ਇੱਕ ਸਿਆਸੀ ਅੰਦੋਲਨ ਹੈ ਜਿਹੜਾ ਉਹ ਬਣ ਗਿਆ ਹੈਗਾ। ਪਰ ਜਿੱਥੇ ਇੰਨਾ ਭਰਮਾ ਹੁੰਗਾਰਾ ਇਹਨਾਂ ਨੂੰ ਮਿਲ ਰਿਹਾ ਹੈਗਾ, ਉੱਥੇ ਟਕੈਤ ਸਾਹਿਬ ਨੂੰ ਜਾਂ ਦੂਸਰੇ ਆਗੂਆਂ ਨੂੰ ਥੋੜ੍ਹਾ ਜਿਹਾ ਚੌਕਸ ਰਹਿਣ ਦੀ ਵੀ ਲੋੜ ਪਏਗੀ। ਕਿਉਂਕਿ ਮੁੜ ਕੇ ਅਸੀਂ ਮਸਾਂ ਉੱਠੇ ਹੈਗੇ ਹਾਂ, ਮਸਾਂ ਉੱਭਰੇ ਹਾਂ, ਜਾਂ ਇਹ ਆਪਾਂ ਕਹਿ ਲਈਏ ਕਿ ਸਾਡੇ ਲਈ ਇਹ ਚੰਗਾ ਹੋਇਆ ਕਿ ਅਸੀਂ ਠੋਕਰ ਖਾ ਕੇ ਹੁਣ ਜ਼ਿਆਦਾ ਔਰਗੇਨਾਈਜ਼ਡ ਹੋਏ ਹਾਂ ਔਰ ਜ਼ਿਆਦਾ ਰਿਫਾਈਨਡ ਹੋਏ ਹਾਂ ਪਹਿਲਾਂ ਨਾਲੋਂ। ਇਹ ਅੰਦੋਲਨ ਪਹਿਲਾਂ ਨਾਲੋਂ ਮਜ਼ਬੂਤ ਹੋਇਆ। ਹੁਣ ਅਸੀਂ ਦੇਖਦੇ ਹਾਂ ਕਿ ਟਿੱਕਰੀ ਬਾਰਡਰ ਦੇਖ ਲਓ, ਉੱਥੇ ਜਿਹੜਾ ਉਹਦੀ ਲੈਂਥ ਹੈ ਅੰਦੋਲਨ ਦੀ ਕਾਫੀ ਵਧੀ ਹੈ, 2-3 ਕਿਲੋਮੀਟਰ ਦਾ ਘੇਰਾ ਹੋਰ ਵੱਧ ਗਿਆ ਹੈਗਾ। ਸਿੰਘੂ ਬਾਰਡਰ ਦੇ ਵਿੱਚ ਜਿਹੜੇ ਹਰਿਆਣਾ ਦੇ ਲੋਕ ਹੈ ਉਹਨਾਂ ਦੀ ਜਿਹੜੀ ਭਾਈਵਾਲੀ ਹੈ ਉਹਦੇ ਵਿੱਚ ਵਾਧਾ ਹੋਇਆ ਹੈਗਾ। ਕਿ ਜਿਹੜਾ ਪਹਿਲਾਂ ਕਿਹਾ ਜਾਂਦਾ ਸੀਗਾ ਨਾ ਕਿ ਪੰਜਾਬੀਆਂ ਦਾ ਇੱਕ ਸਮੁਦਾਇ ਦਾ, ਇੱਕ ਖਿੱਤੇ ਦਾ ਅੰਦੋਲਨ ਹੈ, ਉਹ ਜਿਹੜਾ ਲਕਬ ਹੈ ਉਹ ਹੁਣ ਦੇ ਅੰਦੋਲਨ ਨੇ ਤੋੜ ਦਿੱਤਾ। ਜਿਵੇਂ ਕਹਿੰਦੇ ਹੁੰਦੇ ਜੋ ਹੁੰਦਾ ਹੈ ਕਿ ਨਾ ਕਈ ਵਾਰੀ ਕੀ ਹੈ ਉਹ ਚੰਗਾ ਹੀ ਹੁੰਦਾ ਹੈਗਾ। ਕਿਉਂਕਿ ਹੁਣ ਹਰ ਕੋਈ ਆਦਮੀ ਹੈ ਜਿਹੜਾ ਇਖਲਾਕੀ ਤੌਰ 'ਤੇ ਵੀ ਫਰਜ਼ ਸਮਝਣ ਲੱਗੇ ਹੈ। ਪੰਜਾਬ ਦੇ ਵਿੱਚੋਂ ਵੀ ਇੱਕ ਥੋੜ੍ਹੀ ਜਿਹੀ ਵਿਉਂਤਬੰਦੀ ਵੀ ਹੁਣ ਅੱਛੀ ਹੋਈ ਹੈ। ਹੁਣ ਹਰ ਆਦਮੀ ਸਮਝ ਰੱਖਦਾ ਇਸ ਗੱਲ ਦੀ ਕਿ ਜਿਵੇਂ ਪੰਜਾਬ ਦੇ ਪਿੰਡਾਂ 'ਚੋਂ ਲੋਕ ਜਾ ਰਹੇ ਨੇ, ਹੁਣ ਉਹਨਾਂ ਨੇ ਇੱਕ ਵਿਉਂਤਬੰਦੀ ਕਰ ਲਈ ਹੈ ਕਿ ਰੋਟੇਸ਼ਨ 'ਚ ਜਾਣਾ ਸ਼ੁਰੂ ਕਰ ਦਿੱਤਾ ਕਿ ਹਰ ਪਿੰਡ 'ਚੋਂ ਕੁਛ ਲੋਕ ਹੈ ਜਿਹੜੇ ਇੱਕ ਹਫ਼ਤੇ ਭਰ ਲਈ ਜਾਂਦੇ ਆ, ਫਿਰ ਉਹ ਆ ਜਾਂਦੇ ਨੇ, ਫਿਰ ਦੂਸਰੇ ਚਲੇ ਜਾਂਦੇ ਨੇ। ਇਸ ਕਰਕੇ ਜਿੰਨਾ ਚਿਰ ਅੱਗੇ ਜਿਹੜੀ ਹਾੜੀ ਦੀ ਰੁੱਤ ਨਹੀਂ ਆਉਂਦੀ, ਉਸ ਤੋਂ ਪਹਿਲਾਂ ਜਿਹੜਾ ਅੰਦੋਲਨ ਹੈ ਜਿਹੜਾ ਹੋਰ ਅੱਗੇ ਜਿਹੜਾ ਸਿਖਰ ਵੱਲ ਵਧੇਗਾ। ਤਾਂ ਇਸ ਅੰਦੋਲਨ ਦੇ ਵਿੱਚ ਜਿਹੜਾ ਹੁਣ ਨਵਾਂ ਮੋੜਾ ਆਇਆ ਮਹਾਂ ਪੰਚਾਇਤਾਂ ਵਾਲਾ, ਇਹਦੇ ਨਾਲ ਆਤਿਸ਼ ਇੱਕ ਕਈ ਗੱਲਾਂ ਨਵੀਆਂ ਹੋਣੀਆਂ ਨੇ ਕਿ ਇੱਕ ਤਾਂ ਅਵੇਅਰਨੈਸ ਹੁਣ ਹੋਰ ਜ਼ਿਆਦਾ ਵਧੇਗੀ। ਖੇਤੀ ਕਾਨੂੰਨਾਂ ਦੀ ਗੱਲ ਹੈ ਜਿਹੜੀ, ਚਾਹੇ ਹਰ ਖਿੱਤੇ ਦੇ ਵਿੱਚ ਸਟੇਟ ਦੇ ਵਿੱਚ ਪ੍ਰੋਗਰਾਮ ਹੋ ਰਹੇ ਸੀਗੇ ਅੰਦੋਲਨ ਦੀ ਹਮਾਇਤ ਦੇ ਵਿੱਚ, ਪਰ ਹੁਣ ਇੱਕ ਵੱਜਵੇਂ ਰੂਪ ਦੇ ਵਿੱਚ ਪ੍ਰੋਗਰਾਮ ਜਾਏਗਾ। ਔਰ ਵੱਡੀ ਗੱਲ ਹੈ ਕਿ ਸਾਡੀ ਜਿਹੜੀ ਹਕੂਮਤ ਹੈ, ਭਾਰਤੀ ਹਕੂਮਤ ਹੈ, ਉਹ ਜਿਹੜਾ ਇੱਕ ਟੈਗ ਲਾ ਰਹੀ ਸੀ ਸਾਡੇ ਸਿਰ ਦੇ ਉੱਪਰ, ਬਾਰੀ ਲਾ ਰਹੀ ਸੀ ਮੋਢੇ ਦੇ ਉੱਪਰ ਕਿ ਇਹ ਖਾਲਿਸਤਾਨੀ ਲੋਕ ਨੇ ਜਾਂ ਅਰਬਨ ਨਕਸਲੀ ਨੇ, ਅਲੱਗ-ਅਲੱਗ ਲਕਬ ਹੈ ਜਿਹੜੇ ਦਿੱਤੇ ਜਾ ਰਹੇ ਸੀ। ਇਹ ਜਿਹੜੀਆਂ ਮਹਾਂ ਪੰਚਾਇਤਾਂ ਦੇ ਵਿੱਚ ਹੋਣ ਵਾਲੇ ਇਕੱਠ ਹੈ ਉਹਨਾਂ ਨੂੰ ਤੋੜਨਗੇ। ਇਹ ਚਿਹਰੇ ਹੈ ਜਿਹੜੇ ਇਹ ਲੱਗੇ ਕਿ ਟੋਟਲ ਸਮੁੱਚਾ ਇੱਕ ਜਨ ਅੰਦੋਲਨ ਹੈ ਹੁਣ, ਜਿਹਦੇ ਵਿੱਚ ਹਰ ਲੋਕਾਂ ਦੀ ਸ਼ਮੂਲੀਅਤ ਹੈ। ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਹੈ ਕਿ ਜਿਹੜੇ ਕਾਰੋਬਾਰੀ ਲੋਕ ਹੈ ਉਹਨਾਂ ਨੇ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ। ਮੈਨੂੰ ਕੱਲ੍ਹ ਹੀ ਮਾਲਵੇ 'ਚੋਂ ਕੁਛ ਖਬਰਾਂ ਮਿਲੀਆਂ ਨੇ ਕਿ ਉੱਥੇ ਕਾਰੋਬਾਰੀ ਲੋਕਾਂ ਨੇ ਬੱਸਾਂ ਲੈ ਲਈਆਂ ਪਰਮਾਨੈਂਟਲੀ ਕਿ ਉਹ ਰੈਗੂਲਰ ਕੋਈ ਸਿੰਘੂ ਬਾਰਡਰ ਜਾ ਰਿਹਾ, ਕੋਈ ਟਿੱਕਰੀ ਬਾਰਡਰ ਜਾ ਰਿਹਾ। ਤਾਂ ਇਸ ਕਰਕੇ ਜਿਹੜੀ ਨਵੀਂ ਸ਼ੇਡ ਬਣੇ ਹੈ, ਨਵੀਂ ਸ਼ੇਪ ਬਣੀ ਹੈ ਅੰਦੋਲਨ ਦੀ, ਇਹਦੇ ਨਾਲ ਜਿਹੜਾ ਸਰਕਾਰ 'ਤੇ ਦਬਾਅ ਵਧੇਗਾ। ਸਰਕਾਰ ਚਾਹੇ ਬਾਹਰੀ ਤੌਰ 'ਤੇ ਸਾਨੂੰ ਲੱਗਦਾ ਕਿ ਗੌਰਮੈਂਟ ਨੇ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਖੜੋਤ ਲਿਆਂਦੀ ਹੈ, ਪਰ ਜਿਹੜੀ ਭਾਜਪਾ ਹੈ ਉਹ ਅੰਦਰੋਂ ਅੰਦਰੀ ਬਹੁਤ ਹਿੱਲੀ ਹੋਈ ਹੈ। ਕਿਉਂਕਿ ਜਿਸ ਕਿਸਮ ਦਾ ਇਹਨਾਂ ਨੂੰ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਕਦੇ ਕਿਆਸਿਆ ਨਹੀਂ ਸੀ ਨਾ, ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਅੰਦੋਲਨ ਨੂੰ ਜਿਹੜਾ ਇਹਨੂੰ ਖੰਡਿਆ ਦੇਵਾਂਗੇ। ਖਾਸ ਕਰਕੇ ਜਿਹੜੀ ਦਿੱਲੀ ਦੇ ਵਿੱਚ ਹਿੰਸਾ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਸੀ ਕਿ ਭਾਰੂ ਪੈ ਗਈ ਸੀ। ਚਾਹੇ 2-4 ਦਿਨਾਂ ਲਈ ਥੋੜ੍ਹੇ ਡਿਮੋਰਲਾਈਜ਼ ਹੋਇਆ ਸੀ ਅੰਦੋਲਨ,
ਲੋਕ ਡਿਮੋਰਲਾਈਜ਼ ਹੋਏ ਸੀ। ਪਰ ਹੁਣ ਫੇਰ ਹੈ ਜਿਹੜਾ ਉਹ ਪੱਕੇ ਪੈਰਾਂ ਤੇ ਅੰਦੋਲਨ ਹੈ ਜਿਹੜਾ ਖੜਾ ਹੋ ਗਿਆ, ਤੇ ਆਸ ਕਰਦੇ ਹਾਂ ਕਿ ਜਿਹੜੀਆਂ ਮਹਾਪੰਚਾਇਤਾਂ ਹੈ ਇਹ ਅੰਦੋਲਨ ਨੂੰ ਹੋਰ ਸਿਖਰ ਤੇ ਲੈ ਕੇ ਜਾਣਗੀਆਂ, ਬਸ਼ਰਤੇ ਕਿ ਸਾਡਾ ਇਹ ਜਿਹੜੀਆਂ ਮਹਾਪੰਚਾਇਤਾਂ ਦੇ ਜਿਹੜੇ ਪ੍ਰਬੰਧਕ ਹੈ ਉਹਦਾ ਇੱਕ ਜਿਹੜਾ ਮੈਸੇਜ ਹੈ ਉਹ ਸਾਫ਼ ਜਾਣਾ ਚਾਹੀਦਾ ਹੈ ਕਿ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਨੇ ਵੱਲੋਂ ਆਰਗੇਨਾਈਜ਼ ਕੀਤੀਆਂ ਜਾ ਰਹੀਆਂ ਮਹਾਪੰਚਾਇਤਾਂ। ਦੂਸਰਾ, ਸਾਨੂੰ ਥੋੜ੍ਹਾ ਸਿਆਸਤ ਤੋਂ ਵੀ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਕਿਨਾਰਾ ਕਰਨਾ ਪਏਗਾ। ਜੇ ਅਸੀਂ ਸਿਆਸੀ ਲੋਕਾਂ ਨੂੰ ਪ੍ਰੋਮੀਨੈਂਟਲੀ ਵਿੱਚ ਇਹਨਾਂ ਨੂੰ ਲੈਣਾ ਸ਼ੁਰੂ ਕਰ ਦਿੱਤਾ ਤਾਂ ਉਹੀ ਗੱਲ ਹੋਏਗੀ ਕਿ ਸਾਨੂੰ ਜੇ ਪਹਿਲਾਂ ਮਾਓਵਾਦੀ ਕਿਹਾ ਜਾਂਦਾ ਸੀ ਤਾਂ ਇੱਕ ਨਵਾਂ ਲਕਬ ਜਿਵੇਂ ਅਨੁਰਾਗ ਠਾਕਰ ਨੇ ਕਿਹਾ, ਫਿਰ ਉਹ ਕਹਿਣਗੇ ਕਿ ਤਾਂ ਸਿਆਸੀ ਅੰਦੋਲਨ ਹੈ, ਜਿਸ ਤਰ੍ਹਾਂ ਕਿ ਠਾਕਰ ਨੇ ਅੱਜ ਵੀ ਕਿਹਾ ਹੈਗਾ ਕਿ ਜਿਹੜੇ ਆਪੋਜੀਸ਼ਨ ਹੈ ਉਹ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਜਿਹੜੀ ਉਹ ਬੰਦੂਕ ਹੈ ਉਹ ਚਲਾ ਰਹੀ ਹੈ। ਤਾਂ ਇਸ ਤੋਂ ਜ਼ਰੂਰ ਮਹਾਪੰਚਾਇਤਾਂ ਦੇ ਨਾਲ ਇਸ ਤੋਂ ਵੀ ਥੋੜ੍ਹਾ ਪ੍ਰਬੰਧਕਾਂ ਨੂੰ ਗਰੇਜ਼ ਕਰਨਾ ਪਏਗਾ ਔਰ ਸਿਆਣਪ ਨਾਲ ਚੱਲਣਾ ਹੋਏਗਾ, ਚੌਕਸ ਹੋ ਕੇ ਚੱਲਣਾ ਹੋਏਗਾ। ਚਰਨਜੀਤ ਜੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਵੀ ਕਿ ਰਾਕੇਸ਼ ਟਕੈਤ ਵੱਲੋਂ ਫਰਵਰੀ ਮਹੀਨੇ ਵਿੱਚ 2 ਦਰਜਨ ਦੇ ਕਰੀਬ ਮਹਾਪੰਚਾਇਤਾਂ ਜਿਹੜੀ ਹੈਗੇ ਕਰਨ ਦਾ ਪ੍ਰੋਗਰਾਮ ਉਲੀਕ ਲਏ ਨੇ, ਤੇ ਉਹਦੇ ਨਾਲ ਹੀ ਜਿਹੜਾ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਜਨ ਅੰਦੋਲਨ ਦੀ ਅਗਲੀ ਰਣਨੀਤੀ ਤਿਆਰ ਕਰਨ ਲਈ ਅੱਜ ਮੀਟਿੰਗ ਕੀਤੀ ਹੈ। ਕੁਝ ਪਤਾ ਲੱਗ ਸਕਿਆ ਵੀ ਕਿ ਅੱਜ ਦੀ ਮੀਟਿੰਗ 'ਚ ਉਹਨਾਂ ਨੇ ਕੀ ਅੱਗੇ ਨਵੀਂ ਰਣਨੀਤੀ ਘੜੀ ਹੈ? ਦੇਖੋ, ਪਰਸੋਂ ਵਾਲੇ ਦਿਨ ਇਹਨਾਂ ਨੇ ਜਿਹੜੀ ਪੰਜਾਬ ਦੀਆਂ ਸਾਡੀਆਂ 32 ਕਿਸਾਨ ਧਿਰਾਂ ਨੇ ਉਹਨਾਂ ਨੇ ਆਪਸ 'ਚ ਬਹਿ ਕੇ ਮੀਟਿੰਗ ਕੀਤੀ ਸੀਗੀ, ਕਿਉਂਕਿ ਲਾਸਟ ਜਿਹੜਾ ਇਵੈਂਟ ਹੋਇਆ ਇਹਨਾਂ ਦਾ ਸੰਯੁਕਤ ਕਿਸਾਨ ਮੋਰਚੇ ਦਾ ਉਹ ਸੀ 6 ਫਰਵਰੀ ਵਾਲਾ ਜਿਹੜਾ ਚੱਕਾ ਜਾਮ ਪ੍ਰੋਗਰਾਮ ਸੀ, ਤੇ ਅੱਜ 16 ਦਿਨ ਬੀਤ ਗਏ ਨੇ। ਉਸ ਤੋਂ ਬਾਅਦ ਕੋਈ ਵੀ ਜਿਹੜਾ ਨਵਾਂ ਪ੍ਰੋਗਰਾਮ ਹੈ ਉਹ ਚਾਕ ਆਊਟ ਨਹੀਂ ਹੋਇਆ। ਸੋ ਅੱਜ ਕਈ ਦਿਨਾਂ ਮਗਰੋਂ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਜਿਹੜੀ ਉਹ ਅੱਜ 2 ਵਜੇ ਸ਼ੁਰੂ ਹੋਈ ਹੈ, ਤੇ ਇਹ ਤਾਂ ਨਹੀਂ ਪਤਾ ਲੱਗ ਸਕਿਆ ਸਾਨੂੰ ਅਧਿਕਾਰਤਕ ਤੌਰ 'ਤੇ ਵੀ ਕੀ ਫੈਸਲਾ ਹੋਇਆ, ਪਰ ਇੰਨਾ ਕੁ ਤੈਅ ਹੋ ਗਿਆ ਹੈਗਾ ਕਿ ਕੋਈ ਵੱਡਾ ਪ੍ਰੋਗਰਾਮ ਪੂਰੇ ਭਾਰਤ ਲੈਵਲ ਦਾ ਇਸ ਮੀਟਿੰਗ ਦੇ ਵਿੱਚ ਦਿੱਤਾ ਜਾਏਗਾ, ਨਵਾਂ ਪ੍ਰੋਗਰਾਮ ਹੋਏਗਾ। 2 ਗੱਲਾਂ ਚੱਲ ਰਹੀਆਂ ਉਹਦੇ ਵਿੱਚ। ਇੱਕ ਤਾਂ ਇਹ ਡਿਸਕਸ ਹੋ ਰਿਹਾ ਹੈਗਾ ਕਿ ਜਿਹੜੀ ਰੇਲਵੇ ਮਾਰਗ ਹੈ ਉਹ ਰੋਕੇ ਜਾਣ, ਕਿਉਂਕਿ 6 ਤਰੀਕ ਵਾਲਾ ਚੱਕਾ ਜਾਮ ਪ੍ਰੋਗਰਾਮ ਹੈ ਜਿਹੜਾ ਉਹ ਬੜਾ ਸਫਲ ਰਿਹਾ ਹੈਗਾ ਕਿਉਂਕਿ ਹੁਣ ਸਾਰੀਆਂ ਸਟੇਟਾਂ ਦਾ, ਮਹਾਰਾਸ਼ਟਰ ਦੇ ਵਿੱਚ ਵੱਡੇ ਇਕੱਠ ਹੋ ਗਏ, ਕਰਨਾਟਕਾ ਦੇ ਵਿੱਚ ਜਿਹੜੇ 20-22 ਜ਼ਿਲ੍ਹਿਆਂ ਦੇ ਵਿੱਚ ਚੰਗੇ ਬੰਦ ਰਹੇ ਨੇ ਪੂਰੀ ਤਰ੍ਹਾਂ, ਰਾਜਸਥਾਨ ਪੂਰਾ ਉੱਠ ਖੜਾ ਹੈਗਾ, ਯੂਪੀ ਉੱਠ ਖੜਾ ਹੈ, ਤਾਂ ਉਹ ਇੱਕ ਟੈਸਟ ਪਿੰਡ ਦੇ ਤੌਰ 'ਤੇ ਚਾਹੁੰਦੇ ਨੇ ਕਿ ਹੁਣ ਆਪਾਂ ਇੱਕ ਇਹਨੂੰ ਥੋੜ੍ਹਾ ਜਿਹਾ ਟੈਸਟ ਕੀਤਾ ਜਾਵੇ ਕਿ ਰੇਲਾਂ ਰੋਕੀਆਂ ਜਾਣ, ਤਾਂ ਉਹਦੇ 'ਚ ਅਸੀਂ ਆਪਣਾ ਜਿਹੜਾ ਦਮ ਹੈ ਉਹ ਵੀ ਸਰਕਾਰ ਨੂੰ ਦਿਖਾ ਸਕਾਂਗੇ। ਤੇ ਦੂਸਰਾ ਕਨਸੈਪਟ ਇਹ ਵੀ ਚੱਲ ਰਿਹਾ ਕਿ ਇਹ ਅਨਾਊਂਸ ਕਰ ਦਿੱਤਾ ਜਾਵੇ ਕਿ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਜਾਵੇ, ਮੁੜ ਕੇ ਉਹਦੀ ਇੱਕ ਨਵੀਂ ਉਹਦੇ ਵਿੱਚ ਸ਼ੇਡ ਦਿੱਤੇ ਜਾਣ, ਨਵੀਂ ਸ਼ੇਪ ਦਿੱਤੀ ਜਾਵੇ। ਤਾਂ ਇੱਕ ਇਹ ਵੀ ਗੱਲ ਚੱਲ ਰਹੀ ਹੈ। ਤੇ ਉਸ ਤੋਂ ਪਹਿਲਾਂ ਜਿਵੇਂ ਦਿੱਤਾ ਹੋਇਆ ਸੀ ਕਿ ਆਪਣੀ ਭਾਰਤੀ ਸੰਸਦ ਵੱਲ ਮਾਰਚ ਵਾਲਾ ਉਹ ਪਹਿਲਾਂ ਹੀ ਕੈਂਸਲ ਕਰ ਦਿੱਤਾ ਗਿਆ ਸੀ। ਕੁਛ ਤਰ੍ਹਾਂ ਇਹ ਵੀ ਕਹਿ ਰਹੇ ਸੀ ਕਿ ਸੰਸਦ ਵੱਲ ਪੈਦਲ ਮਾਰਚ ਕੀਤਾ ਜਾਵੇ, ਪਰ ਨਹੀਂ, ਸਾਡੀ ਜਿਹੜੀ ਮੋਸਟਲੀ ਕਿਸਾਨ ਧਿਰਾਂ ਉਹ ਇਸ ਹੱਕ ਦੇ ਵਿੱਚ ਹੈ ਕਿ ਅਸੀਂ ਮਸਾਂ ਉੱਠ ਕੇ ਸੰਭਲੇ ਹਾਂ, ਤਾਂ ਅਸੀਂ ਇਸ ਕਿਸਮ ਦਾ ਕੋਈ ਕਿਸੇ ਪੰਗੇਬਾਜ਼ੀ 'ਚ ਫੌਰੀ ਨਹੀਂ ਪੈਣ ਦੇ ਮੂਡ ਦੇ ਵਿੱਚ। ਉਹ ਅਜੇ ਸਰਕਾਰ ਨੂੰ ਜਿਹੜੇ ਲੋਕ ਹੈ ਇਹ ਤਾਕਤ ਦਿਖਾਉਣ ਦੇ ਮੂਡ ਦੇ ਵਿੱਚ ਹੈਗੇ ਨੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਸਾਨੂੰ ਘੰਟੇ ਕੁ ਤੱਕ ਜਿਹੜੇ ਮੀਟਿੰਗ ਦੇ ਵੇਰਵੇ ਹੈ ਉਹ ਸਾਹਮਣੇ ਆ ਜਾਣਗੇ। ਤਾਂ ਆਉਣ ਵਾਲੇ ਦਿਨਾਂ 'ਚ ਖਾਸ ਕਰਕੇ ਮਿਡ ਫਰਵਰੀ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਹੈ ਜਿਹੜਾ ਉਹ ਕਿਸਾਨ ਧਿਰਾਂ ਦੇਣਗੀਆਂ, ਅਤੇ ਉਹਦੇ ਵਿੱਚ ਵੀ ਜਿਹੜੀ ਸਾਡੀ ਗੌਰਮੈਂਟ ਹੈ ਉਹ ਇਸ ਗੱਲ 'ਤੇ ਨਜ਼ਰ ਰੱਖੇਗੀ ਕਿ ਉਸ ਨੂੰ ਕਿੱਡਾ ਕੁ ਵੱਡਾ ਹੁੰਗਾਰਾ ਮਿਲਦਾ ਹੈ। ਜਿੱਡਾ ਵੱਡਾ ਹੁੰਗਾਰਾ ਮਿਲੇਗਾ ਓਡੀ ਵੱਡੀ ਜਿਹੜੀ ਸੱਟ ਹੈ ਉਹ ਸਾਡੀ ਸਰਕਾਰ ਨੂੰ ਲੱਗੇਗੀ। ਚਰਨਜੀਤ ਜੀ, ਇਸ ਜਨ ਅੰਦੋਲਨ ਨੂੰ ਪਹਿਲਾਂ ਵੀ ਜਿਹੜਾ ਹੈਗਾ ਕਈ ਵਾਰ ਖਾਲਿਸਤਾਨ ਦਾ, ਪਾਕਿਸਤਾਨ ਦਾ, ਮਾਓਵਾਦ ਦੇ ਅੰਦੋਲਨ ਕਹਿ ਕੇ ਜਿਹੜਾ ਕਈ ਤਰ੍ਹਾਂ ਦੇ ਟੈਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਹੁਣ ਜਿਹੜਾ ਪ੍ਰਧਾਨ ਮੰਤਰੀ ਨੇ ਇਸ ਅੰਦੋਲਨ ਨੂੰ ਜਿਹੜਾ ਅੰਦੋਲਨ ਜੀਵੀ ਦਾ ਇੱਕ ਨਵਾਂ ਟੈਗ ਦਿੱਤਾ, ਜੋ ਕਿ ਲੋਕਾਂ ਦੇ ਵਿੱਚ ਚਰਚਾ ਦਾ ਵੱਡਾ ਵਿਸ਼ਾ ਬਣਿਆ। ਤੇ ਹੁਣ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਕਿ ਪ੍ਰਧਾਨ ਮੰਤਰੀ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਜਿਹੜੇ ਵੀ ਫੈਸਲੇ ਲਏ ਜਾ ਰਹੇ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਲਏ ਜਾ ਰਹੇ ਨੇ, ਤੇ ਉਹਨਾਂ ਵੱਲੋਂ ਇੱਕ ਲੋਕਾਂ ਵੱਲੋਂ ਜਿਹੜਾ ਹੈਗਾ ਕੇਂਦਰੀ ਮੰਤਰੀਆਂ ਲਈ ਜਿਹੜਾ ਹੈਗਾ ਇੱਕ ਕਾਰਪੋਰੇਟ ਜੀਵੀ ਜਿਹੜਾ ਹੈਗਾ ਵਰਡ ਤਿਆਰ ਕੀਤਾ ਗਿਆ, ਸ਼ਬਦ ਲੱਭਿਆ ਗਿਆ। ਤੁਸੀਂ ਇਸ ਨੂੰ ਕਿਵੇਂ ਦੇਖਦੇ? ਦੇਖੋ, ਪਹਿਲੀ ਗੱਲ ਤਾਂ ਕਿਸਾਨ ਧਿਰਾਂ ਇਸ ਗੱਲ ਦੀ ਤਸੱਲੀ 'ਚ ਹੈ, ਜਾਂ ਲੋਕ ਇਸ ਗੱਲ ਦੀ ਤਸੱਲੀ 'ਚ ਹੈ ਕਿ ਚਲੋ ਦੇਰ ਨਾਲ ਹੀ ਸਹੀ ਕਿ ਸਾਡੇ ਪ੍ਰਧਾਨ ਮੰਤਰੀ ਸੰਸਦ ਦੇ ਵਿੱਚ ਕਿਸਾਨਾਂ ਦੇ ਇਸ਼ੂ 'ਤੇ ਬੋਲੇ ਤਾਂ ਸਹੀ। ਤਾਂ ਉਹ ਕਹਿੰਦੀ ਹੈ ਕਿ ਸਾਡੀ ਪ੍ਰਾਪਤੀ ਹੈ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਬੋਲਣ ਲਈ ਮਜਬੂਰ ਕੀਤਾ ਹੈ। ਨਹੀਂ, ਹੁਣ ਤੱਕ ਡਾਇਰੈਕਟਲੀ ਇਸ ਤਰ੍ਹਾਂ ਜਿਹੜਾ ਬੋਲਣ ਤੋਂ ਸਾਡੇ ਪ੍ਰਾਈਮ ਮਿਨਿਸਟਰ ਹੈ ਜਿਹੜੇ ਉਹ ਗਰੇਜ਼ ਕਰਦੇ ਰਹੇ ਨੇ। ਤਾਂ ਇਹਦੇ ਵਿੱਚ ਇਸ ਕਿਸਮ ਦੀ ਸ਼ਬਦਾਵਲੀ ਯੂਜ਼ ਕਰਨੀ, ਅੰਦੋਲਨ ਜੀਵੀ ਕਹਿਣਾ, ਪਰਜੀਵੀ ਕਹਿਣਾ,
ਤਾਂ ਜੇ ਸਾਡਾ ਪ੍ਰਧਾਨ ਮੰਤਰੀ ਭਾਰਤੀ ਸੰਸਦ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਕਰ ਰਿਹਾ ਹੈ ਤਾਂ ਅਸੀਂ ਦੂਸਰੇ ਮਿਨਿਸਟਰਾਂ ਤੋਂ ਜਾਂ ਭਾਜਪਾ ਦੀ ਲੀਡਰਸ਼ਿਪ ਤੋਂ ਅਸੀਂ ਕੀ ਐਕਸਪੈਕਟ ਕਰ ਸਕਦੇ ਹੈਗੇ ਆ। ਇਸ ਕਿਸਮ ਦੀ ਜਿਹੜੀ ਸ਼ਬਦਾਵਲੀ ਨਹੀਂ ਵਰਤੀ ਜਾਣੀ ਚਾਹੀਦੀ ਸੀ, ਪਰ ਇਹਨੂੰ ਪੋਜ਼ਿਟਿਵ ਸੈਂਸ ਦੇ ਵਿੱਚ ਸਾਡੇ ਲੋਕਾਂ ਨੇ ਲਿਆ। ਉਹਨਾਂ ਨੇ ਕਿਹਾ ਕਿ ਅਸੀਂ ਲੋਕ ਹਿੱਤਾਂ ਲਈ ਲੜਨ ਵਾਲੇ ਜਿਹੜੇ ਅੰਦੋਲਨ ਜੀਵੀ ਹੈਗੇ ਆ, ਤੇ ਪਰ ਸਰਕਾਰ ਹੈ ਜਿਹੜੀ ਸਾਡੀ ਉਹ ਕਾਰਪੋਰੇਟ ਜੀਵੀ ਹੈਗੀ ਹੈ। ਇਹ ਸਾਰੀਆਂ ਗੱਲਾਂ ਤੋਂ ਜਿਹੜੀ ਝਲਕ ਮਿਲਦੀ ਹੈ ਸਾਨੂੰ ਇੱਕ ਬਾਹਰੀ ਤੌਰ 'ਤੇ ਦੇਖਣ ਨੂੰ ਮਿਲਦਾ ਹੈਗਾ, ਉਹ ਇਹ ਹੈਗਾ ਕਿ ਸਰਕਾਰ ਹੈ ਜਿਹੜੀ ਉਹ ਡਰ ਦੇ ਵਿੱਚ ਹੈ। ਭਾਜਪਾ ਲੀਡਰਸ਼ਿਪ ਦੇ ਵਿੱਚ ਅੰਦਰੋਂ ਅੰਦਰ ਵੱਡਾ ਤੌਖਲਾ ਖੜਾ ਹੈ। ਜਿਉਂ-ਜਿਉਂ ਸਾਡੇ ਅੰਦੋਲਨ ਨੇ ਬੜੀ ਸਪੀਡ ਨਾਲ ਸਿਖਰ ਵੱਲ ਜਾਣਾ ਸ਼ੁਰੂ ਕੀਤਾ ਹੈ, ਜਿਉਂ-ਜਿਉਂ ਸਾਡੀ ਭਾਜਪਾ ਦੇ ਜਿਹੜੇ ਸੈਂਟਰ ਗਵਰਨਮੈਂਟ ਹੈ ਉਹਦੇ ਜਿਹੜੇ ਤੌਖਲੇ ਹੈ ਉਹ ਵਧਣੇ ਸ਼ੁਰੂ ਹੋਏ ਨੇ। ਤਾਂ ਇਹ ਇੱਕ ਤਰੀਕਾ ਵੀ ਹੁੰਦਾ ਹੈ ਕਿ ਤੁਸੀਂ ਮਨੋਵਿਗਿਆਨਕ ਤੌਰ 'ਤੇ ਲੋਕਾਂ ਨੂੰ ਮਾਰਨ ਦੇ ਲਈ ਉਹਨਾਂ ਲਈ ਇਸ ਤਰ੍ਹਾਂ ਦੀ ਜਿਹੜੀ ਭੈੜੀ ਸ਼ਬਦਾਵਲੀ ਹੈ ਉਹਦੀ ਵਰਤੋਂ ਕੀਤੀ ਜਾਵੇ। ਤਾਂ ਹੁਣ ਕੱਲ੍ਹ ਜਿਵੇਂ ਅਸੀਂ ਦੇਖਿਆ ਗੁਲਾਮ ਨਬੀ ਆਜ਼ਾਦ ਦੀ ਜਿਹੜੀ ਫੇਅਰਵੈਲ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨੇ ਹੰਝੂ ਵੀ ਕੇਰੇ ਨੇ, ਤਾਂ ਸਾਡੇ ਕਿਸਾਨਾਂ ਨੇ ਉਸ ਤੋਂ ਵੀ ਪੁਆਇੰਟ ਆਊਟ ਕੀਤਾ ਹੈਗਾ। ਇਹ ਨਹੀਂ ਕਿ ਲਾ ਕੇ ਉਹਨਾਂ ਦੀ ਫੇਅਰਵੈਲ 'ਤੇ ਹੰਝੂ ਕੇਰੇ ਨੇ। ਉਹ ਕਹਿੰਦੇ ਨੇ ਕਿ 200 ਤੋਂ ਵੱਧ ਜਿਹੜੇ ਕਿਸਾਨ ਹੈ ਇਹ ਕਿਸਾਨ ਮੋਰਚੇ 'ਚ ਜਿਹੜੇ ਮੌਤ ਦੇ ਮੂੰਹ ਦੇ ਵਿੱਚ ਜਾ ਪਏ ਨੇ, ਉਹਨਾਂ ਲਈ ਸਾਡੇ ਪ੍ਰਾਈਮ ਮਿਨਿਸਟਰ ਨੂੰ ਜਿਹੜੇ 2 ਸ਼ਬਦ ਹੈ ਉਹਨਾਂ ਕਿਸਾਨਾਂ ਦੀਆਂ ਜਿਹੜੀਆਂ ਰੂਹਾਂ ਹੈ ਉਹਨਾਂ ਦੇ ਜਾਂ ਪਰਿਵਾਰ ਹੈ 2 ਸ਼ਬਦ ਉਹਨਾਂ ਦੇ ਹਿੱਸੇ ਹੈ ਜਿਹੜੇ ਉਹ ਨਹੀਂ ਆਏ। ਹਾਲਾਂਕਿ ਅੱਜ ਵੀ ਇੱਕ ਪੁਰਾਣੀ ਗੱਲ ਹੈਗੀ ਹੈ ਕਿ ਜਦੋਂ ਹਿੰਦ ਚਾਈਨਾ ਦੀ ਵਾਰ ਸੀਗੀ ਅਤੇ ਅਸੀਂ ਉਹਦੇ ਵਿੱਚ ਲੂਜ਼ ਕਰ ਗਏ ਸੀਗੇ, ਤਾਂ 1963 ਦਾ ਜਿਹੜਾ ਰਿਪਬਲਿਕ ਡੇ ਸੀਗਾ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਆ ਜਿਹੜੇ ਉਹ ਦੱਸਦੇ ਨੇ ਕਿ ਉਸ ਟਾਈਮ ਉਹ ਸਟੇਜ 'ਤੇ ਰੋ ਪਏ ਸੀਗੇ। ਤਾਂ ਤੁਸੀਂ ਸਾਰੇ ਦਰਸ਼ਕਾਂ ਨੇ ਸੁਣਿਆ ਹੋਏਗਾ ਕਿ ਦੇਸ਼ ਹੈ ਜਿਹੜਾ ਬੜਾ ਮਾਯੂਸ ਸੀ ਉਸ ਟਾਈਮ, ਉਸ ਨੂੰ ਖੜ੍ਹੇ ਕਰਨ ਦੀ ਲੋੜ ਸੀ। ਤਾਂ ਪ੍ਰਦੀਪ ਨੇ ਇੱਕ ਗਾਣਾ ਲਿਖਿਆ ਸੀ ਕਿ ਜਿਹੜਾ ਲਤਾ ਮੰਗੇਸ਼ਕਰ ਨੇ ਗਾਇਆ ਸੀ, ਐ ਮੇਰੇ ਵਤਨ ਕੇ ਲੋਗੋ। ਤਾਂ ਜਦੋਂ ਸਮਾਗਮ ਖਤਮ ਹੋਇਆ ਸੀ ਤਾਂ ਇਹ ਖੁਦ ਪ੍ਰਧਾਨ ਮੰਤਰੀ ਨੇ ਉਸ ਟਾਈਮ ਦੇ ਨਹਿਰੂ ਨੇ ਲਤਾ ਮੰਗੇਸ਼ਕਰ ਨੂੰ ਬੁਲਾ ਕੇ ਕਿਹਾ ਸੀ ਕਿ ਅੱਜ ਮੇਰੀਆਂ ਜਿਹੜੀਆਂ ਅੱਖਾਂ ਹੈ ਉਹ ਨਮ ਹੋ ਗਈਆਂ, ਉਹ ਜਵਾਨਾਂ ਲਈ ਨਮ ਹੋਈਆਂ, ਉਹ ਸ਼ਹੀਦਾਂ ਲਈ ਨਮ ਹੋਈਆਂ, ਹੁਣ ਕਿਹਦੇ ਲਈ ਨਮ ਹੋ ਰਹੀਆਂ ਨੇ? ਹੁਣ ਸਿਆਸੀ ਜਿਹੜੇ ਦੋਸਤ ਹੈ ਉਹਨਾਂ ਲਈ ਨਮ ਹੋ ਰਹੀਆਂ ਨੇ। ਸਾਡੇ ਪ੍ਰਧਾਨ ਮੰਤਰੀ ਨੇ ਇਹ ਚੰਗਾ ਨਹੀਂ ਕੀਤਾ। ਉਹਨੂੰ ਚਾਹੀਦਾ ਸੀਗਾ ਕਿ ਸੱਚਮੁੱਚ ਉਹ ਜੇ ਸੰਜੀਦਾ ਹੈਗੇ ਨੇ ਤਾਂ ਉਹਨਾਂ ਨੂੰ ਸਾਡੇ ਜਿਹੜੇ ਫੌਤ ਹੋਏ ਕਿਸਾਨ ਹੈ ਉਹਨਾਂ ਨੂੰ ਵੀ ਜਿਹੜੀ ਸ਼ਰਧਾਂਜਲੀ ਦੇਣੀ ਬਣਦੀ ਸੀ। ਖੇਤੀ ਕਾਨੂੰਨਾਂ ਦਾ ਮਾਮਲਾ ਹੈ ਉਹ ਵੀ ਨਜਿੱਠਣਾ ਚਾਹੀਦਾ ਹੈ। ਇੱਕ ਚਰਨਜੀਤ ਜੀ ਵੱਡਾ ਸਵਾਲ ਹੁਣ ਇਹ ਖੜਾ ਹੁੰਦਾ ਹੈ ਵੀ ਕਿ ਮੌਜੂਦਾ ਸਮੇਂ ਜਿਹੜੀ ਡੈਡਲੌਕ ਦੀ ਸਥਿਤੀ ਬਣੀ ਹੋਈ ਹੈ, ਤੁਹਾਨੂੰ ਲੱਗਦਾ ਹੈ ਵੀ ਕਿ ਇਹ ਗੱਲਬਾਤ ਕਿੱਥੇ ਸਿਰੇ ਚੜ੍ਹ ਸਕੇਗੀ? ਦੇਖੋ, ਹਜੇ ਤਾਂ ਇੱਕ ਤਰ੍ਹਾਂ ਦੀ ਖੜੋਤੀ ਬਣੀ ਹੋਈ ਹੈ ਜਿਹੜਾ ਸਾਨੂੰ ਲੱਗ ਰਿਹਾ ਹੈ, ਅਤੇ ਕਿਸੇ ਪਾਸਿਓਂ ਲੱਗ ਹੀ ਨਹੀਂ, ਕਿਉਂਕਿ ਹਜੇ ਤਾਂ ਸੰਸਦ ਚੱਲ ਰਹੀ ਹੈਗੀ ਹੈ। ਸੰਸਦ ਦੇ ਵਿੱਚ ਪੋਲੀਟੀਕਲ ਪਾਰਟੀਆਂ ਜਿਹੜੀਆਂ ਖਾਸ ਕਰਕੇ ਆਪੋਜੀਸ਼ਨ ਹੈ ਜਾਂ ਖੇਤਰੀ ਪਾਰਟੀਆਂ ਹੈਗੀਆਂ ਨੇ ਉਹ ਰੌਲਾ ਪਾ ਰਹੀਆਂ ਨੇ। ਰਵਨੀਤ ਬਿੱਟੂ ਸਾਡੇ ਪੰਜਾਬ ਦੇ MP ਹੈ, ਚਾਹੇ ਮਹਾਰਾਣੀ ਪ੍ਰਨੀਤ ਕੌਰ ਹੈ, ਹਰਸਿਮਰਤ ਕੌਰ ਹੈ ਜਿਹੜੇ, ਉਹਨਾਂ ਨੇ ਵੀ ਕੱਲ੍ਹ ਭਾਸ਼ਣ ਹੈ ਜਿਹੜਾ ਬੜਾ ਅਗਰੈਸਿਵ ਲੈਕਚਰ ਦਿੱਤਾ ਹੈਗਾ ਸੈਂਟਰਲ ਗੌਰਮੈਂਟ 'ਤੇ ਖੇਤੀ ਕਾਨੂੰਨਾਂ ਨੂੰ ਲੈ ਕੇ। ਭਗਵੰਤ ਮਾਨ ਬੋਲੇ ਨੇ। ਤਾਂ ਸਾਡੇ ਪੰਜਾਬ ਦੇ MP ਜਿਹੜੇ ਉਹ ਬੜੇ, ਜਾਂ ਸੈਂਟਰ ਦੀ ਜਿਹੜੀ ਸਾਡੀ ਆਪੋਜੀਸ਼ਨ ਹੈ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੇ, ਉਹ ਖੇਤੀ ਕਾਨੂੰਨਾਂ ਦੇ ਮਾਮਲੇ ਲੈ ਕੇ ਉਹਨਾਂ ਨੇ ਸਰਕਾਰ ਨੂੰ ਜਿਹੜੀ ਉਹਦੀ ਘੇਰਾਬੰਦੀ ਕੀਤੀ ਹੈਗੀ ਹੈ। ਤਾਂ ਜ਼ਰੂਰ ਇਹ ਤਾਂ ਰੌਲਾ ਪੈ ਰਿਹਾ। ਅੱਜ ਵੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹ ਇਸ ਟਾਈਮ ਜਿਹੜੇ ਹੈਗੇ ਉਹ ਪਾਰਲੀਮੈਂਟ ਦੇ ਵਿੱਚ ਬੋਲ ਰਹੇ ਨੇ ਔਰ ਭਾਰਤ ਦੀ ਜਿਹੜੀ ਉਸਤਤ ਕਰ ਰਹੇ ਨੇ। ਹੁਣ ਇਹ ਨਹੀਂ ਪਤਾ ਕਿ ਉਹਨਾਂ ਨੇ ਇਹ ਵਿਸ਼ਾ ਜਿਹੜਾ ਖੇਤੀ ਕਾਨੂੰਨਾਂ ਵਾਲਾ ਛੋਹਿਆ ਹੈ ਜਾਂ ਨਹੀਂ ਛੋਹਿਆ ਹੈਗਾ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ, ਜੇ ਇਸ ਤਰ੍ਹਾਂ ਹੀ ਅੰਦੋਲਨ ਵੱਧਦਾ ਗਿਆ ਤਾਂ ਸਾਡੀ ਸਰਕਾਰ ਦੀ ਜਿਹੜੀ ਮਜਬੂਰੀ ਬਣ ਜਾਣੀ ਹੈ ਕਿ ਇਸ ਨੂੰ ਜਲਦੀ ਸਮੇਟਣਾ, ਕਿਉਂਕਿ ਨਹੀਂ ਤਾਂ ਉਹਨਾਂ ਨੂੰ ਪੋਲੀਟੀਕਲ ਲਾਸਿਸ ਹੈ ਜਿਹੜੇ ਭਾਜਪਾ ਨੂੰ ਹੋਣੇ ਸ਼ੁਰੂ ਹੋ ਜਾਣੇ ਨੇ। ਪਤਾ ਲੱਗੇ ਕਿ ਅੰਦਰੋਂ ਅੰਦਰ ਹੀ ਜਿਹੜਾ RSS ਦਾ ਪ੍ਰੈਸ਼ਰ ਹੈ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੈ ਰਿਹਾ ਹੈ, ਕਿਉਂਕਿ ਜਿਹੜਾ RSS ਦਾ ਇੱਕ ਏਜੰਡਾ ਹੈਗਾ, ਉਹਨਾਂ ਦਾ ਤੈਅ ਏਜੰਡਾ ਹੈਗਾ ਰਾਸ਼ਟਰਵਾਦ ਦਾ, ਉਸ ਤੋਂ ਗੱਲ ਜੇ ਥਿੜਕੀ ਤਾਂ ਉਹ ਭਾਜਪਾ ਨੂੰ ਜਿਹੜੀ ਹੈਗੀ ਆ ਉਹ ਭਾਰੀ ਪੈ ਸਕਦੀ ਹੈ। ਤਾਂ ਮੈਨੂੰ ਜਿਹੜੇ ਆਪਣੇ ਸਰੋਤਾਂ ਤੋਂ ਪਤਾ ਲੱਗਿਆ ਉਹ ਇਹ ਲੱਗਿਆ ਹੈਗਾ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਵੀ ਗੱਲ ਚੱਲੇਗੀ, ਗੱਲ ਤੁਰੇਗੀ, ਤਾਂ ਉਹਦੇ ਵਿੱਚ ਸੈਂਟਰ ਗੌਰਮੈਂਟ ਇੱਕ ਨਵੀਂ ਪ੍ਰਪੋਜ਼ਲ ਲੈ ਕੇ ਜਿਹੜੀ ਆ ਰਹੀ ਹੈਗੀ ਹੈ। ਜਿਸ ਤਰ੍ਹਾਂ ਖੇਤੀ ਕਾਨੂੰਨਾਂ ਨੂੰ ਕਿਹਾ ਜਾ ਰਿਹਾ ਕਿ ਅਸੀਂ 1.5 ਸਾਲ ਲਈ ਸਸਪੈਂਡ ਕਰ ਦੇਵਾਂਗੇ। ਹੁਣ ਉਹਦੇ ਵਿੱਚ ਥੋੜ੍ਹੀ ਜਿਹੀ ਅਮੈਂਡਮੈਂਟ ਕੀਤੀ ਹੈਗੀ ਹੈ। ਬਾਕੀ ਤਾਂ ਇਹ ਗੱਲਾਂ ਦੇਖੋ ਜਦੋਂ ਮੀਟਿੰਗਾਂ ਹੁੰਦੀਆਂ ਨੇ, ਕੋਈ ਫਾਈਨਲ ਗੱਲ ਟੇਬਲ 'ਤੇ ਆਉਂਦੀ ਹੈ ਰਿਟਨ ਦੇ ਵਿੱਚ, ਉਦੋਂ ਹੀ ਅਸੀਂ ਉਹਨੂੰ ਪੁਸ਼ਟੀ ਕਰ ਸਕਦੇ ਹਾਂ। ਪਰ ਜਿਸ ਗੱਲ ਦੇ ਚਰਚੇ ਹੈਗੇ ਨੇ ਉਹ ਇਹੀ ਨੇ ਕਿ ਹੁਣ ਇਹ ਸੈਂਟਰ ਗੌਰਮੈਂਟ ਇਸ ਗੱਲ ਲਈ ਅੰਦਰੋਂ ਅੰਦਰੀ ਸਹਿਮਤ ਹੋਈ ਹੈਗੀ ਹੈ ਕਿ ਇਹ ਕਾਨੂੰਨਾਂ ਨੂੰ 3 ਸਾਲ ਲਈ ਅਸੀਂ ਸਸਪੈਂਡ ਕਰ ਦਿੰਦੇ ਹਾਂ। ਪਰ ਦੂਸਰੀ ਤਰਫ ਦੇਖਣ ਵਾਲਾ ਹੋਏਗਾ ਕਿਉਂਕਿ ਸਾਡੇ ਲੋਕਾਂ ਦਾ ਜਿਹੜਾ ਮੂਡ ਹੈ, ਲੋਕਾਂ ਦਾ ਜਿਹੜਾ ਹੰਗਾਰਾ ਹੈ ਸਮੁੱਚੇ ਸੁਸਾਇਟੀ ਦਾ,
ਕਾਨੂੰਨਾਂ ਪ੍ਰਤੀ, ਉਹਨਾਂ ਨੂੰ ਇਹ ਹੈ ਕਿ ਅਸੀਂ ਇਹਨਾਂ ਨੂੰ ਘੱਟੋ ਘੱਟ ਰਿਪੀਲ ਕੀਤੇ ਬਿਨਾਂ ਵਾਪਸ ਨਹੀਂ ਆਉਣਾ। ਸੋ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗਾ ਜਿਹੜਾ ਰਿਜ਼ਲਟ ਹੈ ਉਹ ਸਾਡੇ ਸਾਹਮਣੇ ਆ ਸਕਦਾ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਪੰਜਾਬੀ ਟ੍ਰਿਬਿਊਨ ਪਹਿਲੇ ਦਿਨ ਤੋਂ ਜਿਹੜਾ ਹੈ ਕਿਸਾਨਾਂ ਨਾਲ ਜੁੜੀ ਸਾਰੀ ਖਬਰਾਂ ਤੁਹਾਡੇ ਤੱਕ ਪਹੁੰਚਾਉਂਦਾ ਆ ਰਿਹਾ ਤੇ ਅੱਗੇ ਵੀ ਪਹੁੰਚਾਵੇਗਾ। ਤੇ ਸਾਡੇ ਨਾਲ ਜੁੜੇ ਰਹਿਣ ਲਈ ਸਾਡਾ ਫੇਸਬੁੱਕ ਪੇਜ ਜ਼ਰੂਰ ਲਾਈਕ ਕਰੋ ਪੰਜਾਬੀ ਟ੍ਰਿਬਿਊਨ ਦਾ, ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜ਼ਰੂਰ ਦਬਿਓ ਤਾਂ ਕਿ ਸਾਡੀ ਸਾਰੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।